ਸਰਕਾਰ ਜਿਹੜੀ ਆ ਉਹ ਇਸ ਸੰਘਰਸ਼ ਨੂੰ ਤਾਰ-ਪੀੜੋ ਕਰਨ ਲਈ ਲੋਕਾਂ ਦੇ ਮਨਾਂ ਦੇ ਉੱਤੇ ਇੱਕ ਡਰ ਤੇ ਭੈ ਪੈਦਾ ਕਰਨ ਲਈ ਉਹ ਇਹ ਸਾਰੀਆਂ ਹਰਕਤਾਂ ਕਰ ਰਹੀ ਆ। ਉਹ ਲੜਾਈ ਲੜ ਰਹੇ ਆ ਔਰ ਇਹ ਸਰਕਾਰ ਦੇ ਨੱਕ 'ਚ ਦਮ ਕਰ ਦਾਂਗੇ। ਇਹੋ ਜਿਹੀਆਂ ਕੋਈ ਗੱਲਾਂ ਜਿਹੜੀਆਂ ਨਹੀਂ ਹੋਣ ਦੇਣਗੀਆਂ। ਲੋਕਾਂ 'ਚ ਖਾਨਾ ਜੰਗੀ ਕਰਾਉਣ ਦੀ ਇੱਕ ਸਰਕਾਰ ਦੀ ਕੋਝੀ ਸਾਜ਼ਿਸ਼ ਹੈ ਜਿਹਨੂੰ ਅਸੀਂ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ। ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਨੂੰ ਰਟੇ ਹੋਏ 100 ਦਿਨ ਤੋਂ ਉੱਪਰ ਹੋ ਗਏ ਨੇ। ਉੱਥੇ ਹੀ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਜੇ ਬਰਕਰਾਰ ਹੈ। ਸਾਡੇ ਨਾਲ ਕੱਲ੍ਹ ਹੀ ਸੰਯੁਕਤ ਮੋਰਚੇ ਵੱਲੋਂ ਤਿੱਖੇ ਪ੍ਰੋਗਰਾਮ ਨੇ ਜਿਹੜੇ ਐਲਾਨੇ ਗਏ ਨੇ। ਸਾਡੇ ਨਾਲ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਿਰਸਾ ਸਾਹਿਬ, ਲੰਬਾ ਸਮਾਂ ਹੋ ਗਿਆ ਸੰਘਰਸ਼ ਨੂੰ ਤੇ 26 ਦੀ ਜੇਕਰ ਘਟਨਾ ਦੀ ਗੱਲ ਕਰੀਏ, ਕੱਲ੍ਹ ਫੇਰ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 26 ਦੇ ਨਾਂ ਤੇ ਕਾਫੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਕਿਵੇਂ ਦੇਖਦੇ? ਸਰਕਾਰ ਜਿਹੜੀ ਆ ਉਹ ਇਸ ਸੰਘਰਸ਼ ਨੂੰ ਤਾਰ-ਪੀੜੋ ਕਰਨ ਲਈ ਲੋਕਾਂ ਦੇ ਮਨਾਂ ਦੇ ਉੱਤੇ ਇੱਕ ਡਰ ਤੇ ਭੈ ਪੈਦਾ ਕਰਨ ਲਈ ਉਹ ਇਹ ਸਾਰੀਆਂ ਹਰਕਤਾਂ ਕਰ ਰਹੀ ਆ। ਲੇਕਿਨ ਕਿਸਾਨ ਜਿਹੜੇ ਆ ਉਹ ਡਰਨ ਵਾਲੇ ਨਹੀਂ, ਨਾ ਨੌਜਵਾਨ ਡਰਦੇ ਨੇ। ਤੁਹਾਨੂੰ ਪਤਾ ਕਿ ਜਿਹੜੇ ਜੇਲ੍ਹਾਂ ਦੇ ਵਿੱਚੋਂ ਜ਼ਮਾਨਤ ਤੋਂ ਰਿਹਾ ਹੋ ਕੇ ਆਉਂਦੇ ਆ ਤੇ ਉਸ ਦੇ ਇੱਥੇ ਸੰਘਰਸ਼ਾਂ ਦੇ ਉੱਤੇ ਸਟੇਜਾਂ 'ਤੇ ਆਉਂਦੇ ਆ ਔਰ ਉਹ ਪੂਰੀ ਜੁਰਤ ਦੇ ਨਾਲ ਨੇ ਤੇ ਉਹ ਇਸ ਗੱਲ ਦੇ ਉੱਤੇ ਦ੍ਰਿੜ ਨੇ ਵੀ ਅਸੀਂ ਇਹ ਮੋਰਚਾ ਜਿੱਤ ਕੇ ਜਾਣਾ। ਸੋ ਕੇਂਦਰ ਸਰਕਾਰ ਵੱਲੋਂ ਜਿੱਥੇ ਆੜ੍ਹਤੀਆਂ ਦਾ ਜਿਹੜਾ ਹੈਗਾ ਕਿਸਾਨਾਂ ਨੂੰ ਸਿੱਧੀ ਅਦਾਇਗੀ ਹੈ ਜਿਹੜੀ ਉਹ ਵੀ ਲਾਗੂ ਕੀਤਾ ਗਿਆ ਔਰ ਜਿਹੜਾ ਕਣਕ ਖਰੀਦਣੀ ਆ ਉਹ ਕਹਿੰਦੇ ਵੀ ਪਹਿਲਾਂ ਜਮ੍ਹਾਂਬੰਦੀ ਜਿਹੜੀ ਆ ਉਹ ਦਿਖਾਈ ਜਾਵੇ, ਰਿਕਾਰਡ ਆ ਜਿਹੜਾ ਮੰਗਵਾਇਆ ਜਾਊਗਾ ਤੇ ਉਸ ਦੇ ਨਾਲ ਪੰਜਾਬ ਦੇ ਕਿਸਾਨ ਨੇ ਜਿਹੜੇ ਇੱਕ ਤਰ੍ਹਾਂ ਦਾ ਡਰ ਦਾ ਮਾਹੌਲ ਬਣਾ ਪਿਆ, ਕਿਵੇਂ ਦੇ? ਦੇਖੋ, ਅਸੀਂ ਇਹਦੇ ਖਿਲਾਫ ਜਿਹੜਾ ਉਹ ਲੜਾਈ ਲੜ ਰਹੇ ਹਾਂ ਔਰ ਇਹ ਸਰਕਾਰ ਦੇ ਨੱਕ 'ਚ ਦਮ ਕਰ ਦਾਂਗੇ। ਇਹੋ ਜਿਹੀਆਂ ਕੋਈ ਗੱਲਾਂ ਜਿਹੜੀਆਂ ਨਹੀਂ ਹੋਣ ਦੇਣਗੀਆਂ। ਇਹਦੇ ਸੰਬੰਧ ਵਿੱਚ ਅਸੀਂ ਜਿਹੜੇ ਅਗਲੇ ਪ੍ਰੋਗਰਾਮ ਜਿਹੜੇ ਉਲੀਕੇ ਹੋਏ ਨੇ ਉਹ ਇਸੇ ਕਰਕੇ ਇਹ ਜਿਹੜੇ ਪ੍ਰੋਗਰਾਮ ਜਿਹੜੇ ਉਲੀਕੇ ਹੋਏ ਨੇ ਕਿ ਇਹ ਅਸੀਂ ਜਿਹੜੀ ਫਰਦਾਂ ਦੀ ਗੱਲ ਚੱਲਦੀ ਆ। ਹੁਣ ਮੰਨ ਲਓ ਕਿ ਜਿਸ ਤਰ੍ਹਾਂ ਮੈਂ ਆਪਣੀ ਜ਼ਮੀਨ ਠੇਕੇ 'ਤੇ ਦਿੱਤੀ ਹੋਈ, ਹੁਣ ਜਿਹਨੇ ਠੇਕੇ 'ਤੇ ਜ਼ਮੀਨ ਲਈ ਆ, ਹੁਣ ਕਣਕ ਤਾਂ ਉਹਨੇ ਬੀਜੀ ਆ, ਸਾਰੇ ਖਰਚੇ ਕੀਤੇ ਹੋਏ ਨੇ ਤੇ ਜੇ ਉਹ ਫਰਦ ਮੇਰੇ ਲੈਂਦਾ ਤੇ ਉਹ ਮੇਰੇ ਨਾਂ ਤੇ ਵਿਕੇਗੀ। ਖਰਚਾ ਉਹਨੇ ਕੀਤਾ। ਕੱਲ੍ਹ ਨੂੰ ਮੈਂ ਉਹਨੂੰ ਪੈਸੇ ਦੇਣ ਦੇ ਉੱਤੋਂ ਕੋਈ ਕਿਸੇ ਕਿਸਮ ਦੀ ਅਨਾਕਾਰੀ ਕਰਦਾ ਜਾਂ ਲੇਟ ਕਰਦਾ ਤੇ ਉਹਦੇ ਨਾਲ ਕੀ ਵਾਪਰੇਗੀ? ਇਹ ਬੜਾ ਵੱਡਾ ਇੱਕ ਧੋਖਾ ਹੈ ਔਰ ਲੋਕਾਂ ਦੇ ਵਿੱਚ ਇੱਕ ਫੁੱਟ ਪਾਉਣ ਦੀ, ਪਾੜਾ ਪਾਉਣ ਦੀ, ਲੋਕਾਂ 'ਚ ਖਾਨਾ ਜੰਗੀ ਕਰਾਉਣ ਦੀ ਇੱਕ ਸਰਕਾਰ ਦੀ ਕੋਝੀ ਸਾਜ਼ਿਸ਼ ਹੈ ਜਿਹਨੂੰ ਅਸੀਂ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ। 5 ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨੇ ਤੇ ਉਹਨਾਂ ਚੋਣਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕੀ ਰਣਨੀਤੀ ਹੈ? ਦੇਖੋ ਜੀ, ਕੱਲ੍ਹ ਵੀ ਸਾਡੇ ਬੰਦੇ ਜਾ ਕੇ ਆਏ ਆ ਤੇ ਅੱਗੇ ਤੋਂ ਵੀ ਸਾਰੀਆਂ ਤਿਆਰੀਆਂ ਨੇ, ਜਾ ਰਹੇ ਨੇ। ਉੱਥੇ ਜਿਹੜਾ ਉਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ। ਵੈਸੇ ਤਾਂ ਲੋਕ ਪਹਿਲਾਂ ਹੀ ਬਹੁਤ ਤਿਆਰੀ 'ਚ ਨੇ ਔਰ ਉੱਥੇ ਇਹਨੂੰ ਕੇਂਦਰ ਸਰਕਾਰ ਨੂੰ ਜਿਹੜੀ ਆ ਇਹ ਮੋਦੀ ਦੇ ਉੱਤੇ ਇਹਨਾਂ ਨੂੰ ਮੂੰਹ ਦਿਖਾਣੀ ਪਊਗੀ। ਉੱਥੋਂ ਇਹ ਬਹੁਤ ਬੁਰੀ ਤਰ੍ਹਾਂ ਹਾਰਨਗੇ। ਸੋ ਬਾਕੀ ਅੱਗੇ ਹੁਣ ਹਾੜੀ ਦਾ ਸੀਜ਼ਨ ਆ ਗਿਆ, ਕਿਸਾਨਾਂ ਨੇ ਕਣਕ ਵੀ ਵੱਢਣੀ ਆ, ਤੂੜੀ ਵੀ ਬਣਾਉਣੀ ਆ, ਅੱਗੇ ਝੋਨੇ ਦਾ ਵੀ ਹੈ ਤੇ ਇੱਥੇ ਜਿਹੜੀ ਹਾਜ਼ਰੀ ਹੈ ਉਹ ਕਿਵੇਂ ਮੇਨਟੇਨ ਰਹਿ ਸਕੂ? ਕੀ ਸੰਯੁਕਤ ਮੋਰਚੇ ਦਾ ਕੀ ਐਕਸ਼ਨ ਪਲਾਨ ਹੈ? ਦੇਖੋ ਜੀ, ਪਿੰਡਾਂ ਦੇ ਵਿੱਚ ਲੋਕਾਂ ਨੇ ਆਪਣੇ ਆਪ ਦੇ ਉੱਤੇ ਕਮੇਟੀਆਂ ਬਣਾਈਆਂ ਹੋਈਆਂ ਨੇ, ਉਹਨਾਂ ਨੇ ਫੈਸਲੇ ਕਰ ਲਏ ਆ ਔਰ ਉਹ ਪਿੰਡਾਂ ਦੇ ਵਿੱਚ ਜਿੰਨੀ ਦੀ ਕਿਸੇ ਦੀ ਕਣਕ ਵੱਢਣ ਵਾਲੀ ਆ ਉਹ ਵੀ ਵਢਾਉਣਗੇ, ਤੂੜੀ ਵੀ ਬਣਵਾਉਣਗੇ, ਸਾਰੇ ਕੰਮ ਕਰਨਗੇ ਤੇ ਮੋਰਚੇ ਨੂੰ ਵੀ ਸੰਭਾਲਣਗੇ। ਹਰ ਪਿੰਡ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਮਤੇ ਪਾ ਲਏ ਆ ਤੇ ਪੱਕੇ ਮੋਰਚੇ ਉਹਨਾਂ ਨੇ ਇੱਥੇ ਲਾ ਲਏ ਨੇ। ਤੁਹਾਨੂੰ ਪਤਾ ਇੱਥੇ ਤਾਂ ਹੁਣ ਮਕਾਨ ਬਣਨੇ ਸ਼ੁਰੂ ਹੋ ਗਿਆ ਤੇ ਉਹ ਕਾਹਦੇ ਵਾਸਤੇ ਆ? ਸਾਰਾ ਕੁਝ ਇਸੇ ਕਰਕੇ ਆ, ਸਾਰਾ ਹੋ ਰਿਹਾ। ਬਹੁਤ ਵਧੀਆ ਰਹੇਗਾ, ਐਸੀ ਗੱਲ ਨਹੀਂ। ਗਿਣਤੀ ਵੀ ਪੂਰੀ ਰਹਿ ਗਈ ਤੇ ਕੰਮ ਵੀ ਚੱਲਣ। ਸਰਕਾਰ ਨਾਲ 11 ਦੌਰ ਦੀ ਗੱਲਬਾਤ ਹੋਈ, ਕੋਈ ਸਿੱਟੇ ਤੇ ਨਹੀਂ ਪਹੁੰਚ ਸਕੇ, ਇੱਕ ਡੈਡਲੌਕ ਬਣਿਆ ਹੋਇਆ ਹੈ। ਕੀ ਲੱਗਦਾ ਅੱਗੇ ਸੰਘਰਸ਼ ਦੀ ਰਣਨੀਤੀ ਕੀ ਰਹੂਗੀ ਔਰ ਸਰਕਾਰ ਹੈ ਜਿਹੜੀ ਉਹ ਚੁੱਕ ਨਹੀਂ ਰਹੀ? ਅੱਗੇ ਸੰਘਰਸ਼ ਨੂੰ ਕਿਸ ਰੂਪ 'ਚ ਜਾਏਗਾ ਸੰਘਰਸ਼? ਦੇਖੋ, ਸਾਡਾ ਸੰਘਰਸ਼ ਚੱਲ ਰਿਹਾ। ਰਣਨੀਤੀ ਸਾਡੀ ਇਹੀ ਹੈ ਕਿ ਅਸੀਂ ਵੱਡੇ ਜਿਹੜੇ ਤਰ੍ਹਾਂ ਦੇ ਐਕਸ਼ਨ ਜਿਹੜੇ ਆ ਉਹ ਪ੍ਰੋਗਰਾਮ ਆਪੇ ਕਰ ਰਹੇ ਹਾਂ। ਸੰਘਰਸ਼ ਤੇ ਸਾਡਾ ਚੱਲ ਹੀ ਰਿਹਾ, ਆਲਰੇਡੀ ਚੱਲ ਰਿਹਾ ਔਰ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਪ੍ਰੋਗਰਾਮ ਜਿਹੜੇ ਨੇ ਉਹ ਇਸ ਸੰਘਰਸ਼ ਨੂੰ ਤੇਜ਼ ਕਰਨ ਵਾਸਤੇ, ਸਰਕਾਰ ਨੂੰ ਹਟਾਉਣ ਲਈ ਉਹ ਅਸੀਂ ਦੇ ਰਹੇ ਹਾਂ ਤੇ ਦਿੰਦੇ ਰਹਾਂਗੇ। ਸੋ ਦੇਸ਼ ਨੂੰ ਆਜ਼ਾਦ ਹੋਇਆ 70 ਸਾਲ ਹੋ ਗਏ। ਜਿਹੜਾ ਸਿਸਟਮ ਹੈ, ਸਿਸਟਮ ਬਾਰੇ ਕੀ ਕਹੋਗੇ? ਜਿਸ ਸਿਸਟਮ ਦੇ ਹੀ ਇਹ ਲੱਛਣ ਨੇ ਜਿਹੜੇ 3 ਕਾਨੂੰਨ ਨੇ ਤੇ ਅੱਗੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੀ ਨੇ, ਕਿਵੇਂ ਦੇਖਦੇ? 70 ਸਾਲ ਇਹ ਸਿਰਫ ਇੰਨਾ ਕਿ ਹੋਇਆ ਕਿ 70 ਸਾਲ ਪਹਿਲਾਂ ਇੱਥੋਂ ਗੋਰੇ ਅੰਗਰੇਜ਼ ਚਲੇ ਗਏ ਤੇ ਕਾਲੇ ਅੰਗਰੇਜ਼ ਆ ਗਏ। ਜੇ ਉਹ ਤਾਂ ਸਰਮਾਇਆ ਲੁੱਟ ਕੇ ਜਿਹੜਾ ਸੀ, ਇਹ ਗੱਲ ਸਾਡੇ ਪੁਰਖਿਆਂ ਨੇ ਕੀਤੀ ਉਸ ਟਾਈਮ ਤੇ, ਜਿਨ੍ਹਾਂ ਨੇ ਲੜਾਈਆਂ ਲੜੀਆਂ ਜਾਂ ਉਸ ਤੋਂ ਪਹਿਲਾਂ ਵੀ ਅਹਿਮਦ ਸ਼ਾਹ ਅਬਦਾਲੀ ਵਰਗੇ ਹੋਰ ਵੀ ਬਹੁਤ ਇੱਥੇ ਧਾੜਵੀ ਲੋਕ ਆਉਂਦੇ ਰਹੇ
ਤੇ ਉਹ ਲੁੱਟ ਕੇ ਬਾਹਰ ਲੈ ਜਾਂਦੇ ਸੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹ ਜਿਹੜੇ ਕਾਲੇ ਅੰਗਰੇਜ਼ ਆਏ, ਇਹ ਵੀ ਇੱਥੋਂ ਦੀ ਧਨ ਦੌਲਤ ਲੁੱਟ ਕੇ ਲੋਕਾਂ ਦਾ ਖੂਨ ਪੀ ਕੇ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਤੇ ਇੱਥੋਂ ਦੇ ਉੱਥੇ ਵੱਡੇ ਵੱਡੇ ਫਾਰਮ ਖਰੀਦ ਰਹੇ ਨੇ। ਜਿਵੇਂ ਕਿ ਆ ਸਰਜੀਤ ਸਿੰਘ ਬਰਨਾਲੇ ਦਾ ਦੱਸਦੇ ਸੀ ਵੀ 35 ਕਿਲੋਮੀਟਰ ਲੰਬਾ ਜਿਹੜਾ ਉਹ ਫਾਰਮ ਹੈ, ਜਿਹਦੇ ਵਿੱਚ ਕਈ ਤਰ੍ਹਾਂ ਦੇ ਉੱਥੇ ਭੇਡਾਂ ਨੇ, ਹੋਰ ਨੇ, ਬਹੁਤ ਕੁਝ ਉੱਥੇ ਪਾਲਿਆ। ਇਸੇ ਤਰ੍ਹਾਂ ਆ ਸੁਖਬੀਰ ਬਾਦਲ ਵਰਗਿਆਂ ਦਾ ਜਾਂ ਦੂਜਿਆਂ ਦਾ, ਇਹ ਜਿਹੜੇ ਰਾਜਨੀਤਿਕ ਲੋਕ ਕਿੰਨੇ ਜਿਹਨਾਂ ਲੁੱਟ ਰਿਹਾ। ਹੁਣ ਤੁਸੀਂ ਇਹ ਵੇਖੋ ਕਿ ਆ ਜਿਹੜੇ ਨੇ ਇੱਥੋਂ ਜਿੰਨੇ ਵੀ ਲੋਕ ਹੁਣ ਤੱਕ ਬੈਂਕਾਂ ਦਾ ਪੈਸਾ ਲੁੱਟ ਕੇ ਜਿਹੜੇ ਨੇ ਉਹ ਸਾਰੇ ਇੱਥੋਂ ਬਾਹਰ ਲੈ ਗਏ ਤੇ ਉੱਥੇ ਜਾ ਕੇ ਆਪੋ ਆਪਣਾ ਰਿਹਾ, ਕਿਸੇ ਨੇ ਫੜ ਕੇ ਲਿਆਂਦਾ ਬਾਹਰੋਂ ਕਿਸੇ ਨੂੰ। ਸੋ ਇਹ ਉਹਨਾਂ ਦਾ ਤੇ ਇਹਨਾਂ 'ਚ ਕੋਈ ਫਰਕ ਨਹੀਂਗਾ। ਉਹ ਵੀ ਬਾਹਰ ਲਿਜਾਂਦੇ ਸੀ ਮਾਂ, ਤੇ ਇਹ ਵੀ ਇੱਥੋਂ ਦੀ ਮਾਂ ਜਿਹੜੀ ਆ ਉਹ ਬਾਹਰ ਲਿਜਾ ਕੇ ਉੱਥੇ ਜਾਇਦਾਦਾਂ ਬਣਾ ਰਹੇ ਨੇ। ਇੱਥੋਂ ਦੀ ਲੁੱਟ ਹੋ ਰਹੀ ਆ, ਕੋਈ ਆਜ਼ਾਦੀ ਨਹੀਂ ਮਿਲੀ। ਆਰਥਿਕ ਆਜ਼ਾਦੀ ਦੀ ਲੜਾਈ ਜਿਹੜੀ ਆ ਹੁਣ ਕਿਸਾਨਾਂ ਵੱਲੋਂ ਜਿਹੜੀ ਆ ਇਹ ਲੜੀ ਜਾ ਰਹੀ ਆ। ਸੋ ਇਹ ਸੀ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਜਿਨ੍ਹਾਂ ਨੇ ਕਿਹਾ ਇਹ ਦੂਸਰੀ ਆਜ਼ਾਦੀ ਦੀ ਲੜਾਈ ਹੈ, ਸਾਨੂੰ ਇਕਜੁੱਟ ਹੋ ਕੇ ਲੜਨੀ ਚਾਹੀਦੀ ਹੈ। ਸੋ ਇਹਨਾਂ ਨੇ ਇਹ ਵੀ ਕਿਹਾ ਕਿ ਭਾਵੇਂ ਹਾੜੀ ਆ ਜੇ, ਭਾਵੇਂ ਅੱਗੇ ਫਸਲਾਂ ਜਿਹੜੀਆਂ ਹੈਗੀਆਂ ਨੇ ਝੋਨੇ ਦੀ ਬਿਜਾਈ ਆਵੇ, ਤੇ ਸੰਘਰਸ਼ ਦੇ ਵਿੱਚ ਰੂਪ ਰੇਖਾ ਤਿਆਰ ਹੋ ਗਈ ਹੈ ਤੇ ਇਕੱਠ ਘਟੇਗਾ ਨਹੀਂ ਬਲਕਿ ਹੋਰ ਵਧੇਗਾ। ਸੰਘਰਸ਼ ਜਿੰਨਾ ਵੀ ਲੰਬਾ ਕਿਉਂ ਨਾ ਜਾਵੇ, 3 ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ ਤੇ ਹੋਰ ਹੱਕੀ ਮੰਗਾਂ ਮਨਵਾਉਣ ਤੋਂ ਬਿਨਾਂ ਸੰਘਰਸ਼ ਖਤਮ ਨਹੀਂ ਹੋਵੇਗਾ। D5 ਚੈਨਲ ਪੰਜਾਬੀ ਦੇ ਲਈ ਕੈਮਰਾਮੈਨ ਜਤਿੰਦਰ ਸਿੰਘ ਦੇ ਨਾਲ ਗੁਰਤੇਜ ਸਿੰਘ ਥੂਹੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।